YouTube ਚੈਨਲ ਸੋਸ਼ਲ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਪੋਲੀਟੀਕਲ ਸਾਇੰਸ BA 5th ਸਮੈਸਟਰ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਨ ਜਾ ਰਹੇ ਹਾਂ। ਨੇਮ ਆਫ ਦ ਪੇਪਰ ਇਜ਼ ਕੰਪੈਰੇਟਿਵ ਪੋਲੀਟੀਕਲ ਸਿਸਟਮ UK ਐਂਡ USA। ਇਸ ਦੇ ਮੈਕਸਿਮਮ ਮਾਰਕਸ 90, 10 ਮਾਰਕਸ ਦੀ ਇੰਟਰਨਲ ਅਸੈਸਮੈਂਟ। ਸਭ ਤੋਂ ਪਹਿਲਾਂ ਸ਼ਾਰਟ ਕੁਐਸਚਨਸ, ਜਿਸ ਦੇ ਵਿੱਚ ਹੈ ਤੁਲਨਾਤਮਕ ਸਰਕਾਰ ਅਤੇ ਤੁਲਨਾਤਮਕ ਰਾਜਨੀਤੀ ਵਿੱਚ ਕੋਈ ਦੋ ਅੰਤਰ ਦੱਸੋ। ਸਟੂਡੈਂਟਸ, ਇਸ ਨੂੰ ਕਰਨ ਲੱਗੇ ਕੁਐਸਚਨਸ ਤੁਹਾਨੂੰ ਕਾਫੀ ਕਨਫਿਊਜ਼ਨ ਹੋ ਸਕਦੀ ਹੈ ਪੰਜਾਬੀ ਮੀਡੀਅਮ ਦੇ ਵਿੱਚ, ਕਿਉਂਕਿ ਇਹ ਟਰਾਂਸਲੇਟ ਕਰਕੇ ਬਣਾਏ ਗਏ ਹੈ। ਇਸੇ ਤਰ੍ਹਾਂ ਹੀ ਤੁਹਾਡੇ ਪੇਪਰ ਦੇ ਵਿੱਚ ਵੀ ਟਰਾਂਸਲੇਟ ਕਰਕੇ ਹੀ ਇੰਗਲਿਸ਼ ਤੋਂ ਪੰਜਾਬੀ ਕੀਤਾ ਜਾਂਦਾ ਹੈ, ਤਾਂ ਕਈ ਵਾਰੀ ਵਰਡਸ ਜਿਹੜੇ ਹੈ ਉਹ ਹੋਰ ਵਰਤ ਲਏ ਜਾਂਦੇ ਆ ਜੋ ਤੁਹਾਡੀ ਬੁੱਕ ਦੇ ਵਿੱਚ ਹੈ ਉਹ ਅਲੱਗ ਹੁੰਦੇ ਆ। ਸੋ ਇਸ ਕਰਕੇ ਨਾਲ ਇੰਗਲਿਸ਼ ਦੇ ਵਿੱਚ ਜ਼ਰੂਰ ਧਿਆਨ 'ਚ ਰੱਖਣਾ ਕਿ ਉਸ ਨੂੰ ਕੀ ਕਿਹਾ ਜਾਂਦਾ ਹੈ। ਕੁਐਸਚਨਸ ਤੁਹਾਨੂੰ ਪਤਾ ਹੋਣੇ ਚਾਹੀਦੇ ਹੈ। ਆਨਸਰ ਚਾਹੇ ਤੁਸੀਂ ਪੰਜਾਬੀ ਦੇ ਵਿੱਚ ਹੀ ਲਿਖੋ, ਜੇ ਹੋ ਸਕੇ ਤਾਂ ਡੈਫੀਨੇਸ਼ਨਸ ਅਤੇ ਇਸ ਤੋਂ ਇਲਾਵਾ ਮੇਨ ਹੈਡਿੰਗਸ ਤੁਸੀਂ ਇੰਗਲਿਸ਼ ਦੇ ਵਿੱਚ ਕਰੋਗੇ ਤਾਂ ਜ਼ਿਆਦਾ ਵਧੀਆ ਰਹੇਗਾ। ਔਰ ਇਸ ਦੇ ਨਾਲ ਹੀ ਜਦੋਂ ਤੁਹਾਨੂੰ ਇੱਥੇ ਕਨਫਿਊਜ਼ਨ ਹੋਵੇ ਤਾਂ ਇੰਗਲਿਸ਼ ਮੀਡੀਅਮ ਦਾ ਜ਼ਰੂਰ ਦੇਖ ਲੈਣਾ, ਉਸ ਦੇ ਨਾਲ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਕੁਐਸਚਨ ਕਿਸ ਤਰ੍ਹਾਂ ਦਾ ਹੈ ਇਹ। ਹਾਂਜੀ, ਨੈਕਸਟ ਕੁਐਸਚਨ ਹੈ ਤੁਲਨਾਤਮਕ ਸਰਕਾਰ ਅਤੇ ਰਾਜਨੀਤੀ ਦੀਆਂ ਦੋ ਪਰਿਭਾਸ਼ਾਵਾਂ ਲਿਖੋ। ਐਂਡ ਨੈਕਸਟ ਤੁਲਨਾਤਮਕ ਰਾਜਨੀਤੀ ਦੀ ਪਰਿਭਾਸ਼ਾ ਦਿਓ। ਐਂਡ ਦੈਨ ਤੁਲਨਾਤਮਕ ਵਿਧੀ ਤੋਂ ਤੁਹਾਡਾ ਕੀ ਮਤਲਬ ਹੈ, ਮੀਨਸ ਕੀ ਭਾਵ ਹੈ। ਅੰਤਰ ਅਨੁਸ਼ਾਸਨੀ ਅਧਿਐਨ ਤੋਂ ਤੁਹਾਡਾ ਕੀ ਭਾਵ ਹੈ। ਗ੍ਰੇਟ ਬ੍ਰਿਟੇਨ ਵਿੱਚ ਉਸ ਦੀ ਮਹਿਮਾ ਤੋਂ ਤੁਹਾਡਾ ਕੀ ਭਾਵ ਹੈ। ਸੈਨੀਟੋਰੀਅਲ ਸ਼ਿਸ਼ਟਾਚਾਰ ਕੀ ਹੈ। ਮੁੱਲ ਮੁਕਤ ਅਧਿਐਨ ਤੋਂ ਤੁਹਾਡਾ ਕੀ ਭਾਵ ਹੈ। ਤੁਲਨਾਤਮਕ ਵਿਧੀ ਦੀਆਂ ਸੀਮਾਵਾਂ ਲਿਖੋ। ਤੁਲਨਾਤਮਕ ਵਿਧੀ ਲਈ ਕੋਈ ਵੀ ਦੋ ਪੂਰਵ ਲੋੜਾਂ ਲਿਖੋ। ਇੰਗਲੈਂਡ ਵਿੱਚ ਸਪੀਕਰ ਨਾਲ ਸੰਬੰਧਿਤ ਮਹੱਤਵਪੂਰਨ ਸੰਮੇਲਨਾਂ ਨੂੰ ਲਿਖੋ। ਐਂਡ ਨੈਕਸਟ ਇੰਗਲੈਂਡ ਵਿੱਚ ਆਮ ਕਾਨੂੰਨ ਅਤੇ ਸੰਮੇਲਨਾਂ ਵਿੱਚ ਕੀ ਅੰਤਰ ਹੈ। ਅਧਿਕਾਰਾਂ ਦੀ ਪਟੀਸ਼ਨ 1628 ਦੇ ਮੁੱਖ ਉਪਬੰਧਾਂ ਨੂੰ ਲਿਖੋ। ਹਾਂਜੀ ਸਟੂਡੈਂਟਸ, ਬਾਕੀ ਸਾਰੇ ਸਬਜੈਕਟਸ ਦੇ ਵੀ ਮੋਸਟ ਇੰਪੋਰਟੈਂਟ ਕੁਐਸਚਨਸ ਤੁਹਾਨੂੰ ਇੱਥੇ ਹੀ ਮਿਲ ਜਾਣਗੇ। ਜਿਹੜੇ ਦੀ ਤੁਹਾਨੂੰ ਜ਼ਰੂਰਤ ਹੈ ਪੰਜਾਬੀ ਮੀਡੀਅਮ ਦੇ ਵਿੱਚ ਉਹ ਤੁਸੀਂ ਦੱਸ ਦਿਓ, ਉਹ ਪੰਜਾਬੀ ਮੀਡੀਅਮ ਦੇ ਵਿੱਚ ਵੀ ਪਾ ਦਿੱਤੇ ਜਾਣਗੇ। ਐਂਡ ਨੈਕਸਟ ਹੈ ਸ਼ੈਡੋ ਕੈਬਨਿਟ ਤੋਂ ਤੁਹਾਡਾ ਕੀ ਭਾਵ ਹੈ। ਹਾਊਸ ਆਫ ਲਾਰਡਸ ਦੀ ਰਚਨਾ। ਐਂਡ ਨੈਕਸਟ ਇੰਗਲੈਂਡ ਵਿੱਚ ਸੰਮੇਲਨ ਕਿਉਂ ਮੰਨੇ ਜਾਂਦੇ ਹਨ। ਐਂਡ ਨੈਕਸਟ ਹਾਊਸ ਆਫ ਕਾਮਨਸ ਦੇ ਸਪੀਕਰ ਨਾਲ ਸੰਬੰਧਿਤ ਦੋ ਸੰਮੇਲਨ ਲਿਖੋ। ਹਾਊਸ ਆਫ ਕਾਮਨਸ ਵਿੱਚ ਕਮੇਟੀਆਂ ਦੀਆਂ ਕਿਸਮਾਂ ਲਿਖੋ। ਪ੍ਰਤੀਨਿਧੀਆਂ ਦਾ ਘਰ ਹਾਊਸ ਆਫ ਰਿਪਰੈਜ਼ੈਂਟੇਟਿਵ ਦੀ ਰਚਨਾ ਲਿਖੋ। ਲਾਰਡਸ ਦਾ ਘਰ ਹਾਊਸ ਆਫ ਲਾਰਡਸ ਦੀਆਂ ਕੋਈ 4 ਕਮਜ਼ੋਰੀਆਂ। ਕਾਨੂੰਨ ਦੇ ਰਾਜ ਤੋਂ ਤੁਹਾਡਾ ਕੀ ਭਾਵ ਹੈ। ਸਸਪੈਂਸਰੀ ਵੀਟੋ ਦਾ ਕੀ ਅਰਥ ਹੈ। ਪਾਕਟ ਵੀਟੋ ਤੋਂ ਤੁਹਾਡਾ ਕੀ ਭਾਵ ਹੈ। ਲੌਗ ਰੋਲਿੰਗ ਤੋਂ ਤੁਹਾਡਾ ਕੀ ਭਾਵ ਹੈ। ਗ੍ਰੇਟ ਬ੍ਰਿਟੇਨ ਵਿੱਚ ਦਬਾਓ ਸਮੂਹਾਂ ਦੇ 4 ਕਾਰਜ ਲਿਖੋ। ਐਂਡ ਨੈਕਸਟ ਇੰਟਰਸਟ ਸਮੂਹਾਂ ਦੁਆਰਾ ਅਪਣਾਏ ਗਏ ਢੰਗਾਂ ਨੂੰ ਲਿਖੋ। ਮੈਗਨਾ ਕਾਰਟਾ ਦਾ ਕੀ ਮਹੱਤਵ ਹੈ। ਐਂਡ ਨੈਕਸਟ ਬਰਤਾਨਵੀ ਸੰਵਿਧਾਨ ਦੇ ਕੋਈ 2 ਸਰੋਤ ਦੱਸੋ। UK ਵਿੱਚ ਦਬਾਓ ਸਮੂਹਾਂ ਦੇ ਕੋਈ ਵੀ 3 ਫੰਕਸ਼ਨ ਨੂੰ ਲਿਖੋ। ਇੰਗਲੈਂਡ ਵਿੱਚ ਸੰਸਦੀ ਪ੍ਰਣਾਲੀ ਦੀਆਂ ਕੋਈ 4 ਵਿਸ਼ੇਸ਼ਤਾਵਾਂ ਲਿਖੋ। ਐਂਡ ਨੈਕਸਟ ਸ਼ਾਹੀ ਸਨਮਾਨਾਂ ਨੂੰ ਲਿਖੋ। ਇੰਗਲੈਂਡ ਵਿੱਚ ਉਸ ਦੀ ਸ਼ਾਨ ਦੇ ਵਿਰੋਧ ਕੀ ਸਮਝਦੇ ਹੋ। ਐਂਡ ਨੈਕਸਟ ਹੈ ਗ੍ਰੇਟ ਬ੍ਰਿਟੇਨ ਵਿੱਚ ਜਿਊਰੀ ਸਿਸਟਮ ਕੀ ਹੈ। ਸੰਯੁਕਤ ਰਾਜ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਕਾਰਜਾਂ ਨੂੰ ਲਿਖੋ। ਅਮਰੀਕੀ ਨਾਗਰਿਕਾਂ ਦੇ ਕੋਈ 4 ਅਧਿਕਾਰ ਲਿਖੋ। ਐਂਡ ਨੈਕਸਟ ਅਮਰੀਕੀ ਸੰਵਿਧਾਨ ਵਿੱਚ ਸ਼ਾਮਲ ਕਿਸੇ ਵੀ 2 ਅਧਿਕਾਰਾਂ ਨੂੰ ਲਿਖੋ। ਅਮਰੀਕਾ ਦੇ ਸੰਵਿਧਾਨ ਦੀਆਂ ਕੋਈ 2 ਪ੍ਰਮੁੱਖ ਵਿਸ਼ੇਸ਼ਤਾਵਾਂ ਲਿਖੋ। ਐਂਡ ਨੈਕਸਟ ਅਮਰੀਕੀ ਸੰਵਿਧਾਨ ਦੀਆਂ ਕੋਈ 2 ਮੁੱਖ ਵਿਸ਼ੇਸ਼ਤਾਵਾਂ, ਰਿਪੀਟ ਹੋ ਗਿਆ ਇਹ। USA ਦੇ ਰਾਸ਼ਟਰਪਤੀ ਉੱਤੇ ਕੋਈ ਵੀ 3 ਚੈੱਕ ਲਿਖੋ। ਐਂਡ ਨੈਕਸਟ ਅਮਰੀਕੀ ਸੈਨੇਟ ਦੀ ਰਚਨਾ ਲਿਖੋ। ਤੁਸੀਂ ਡੈਲੀਗੇਟਡ ਵਿਧਾਨ ਸ਼ਬਦ ਦੁਆਰਾ ਕੀ ਸਮਝਦੇ ਹੋ। ਅਮਰੀਕੀ ਸੁਪਰੀਮ ਕੋਰਟ ਦੀ ਨਿਆਇਕ ਸਮੀਖਿਆ ਦੀ ਸ਼ਕਤੀ ਦੇ ਦਾਇਰੇ ਨੂੰ ਲਿਖੋ। ਦਾਇਰੇ ਮੀਨ ਸਕੋਪ। ਐਂਡ ਨੈਕਸਟ ਅਮਰੀਕੀ ਸੁਪਰੀਮ ਕੋਰਟ ਦਾ ਅਸਲ ਅਧਿਕਾਰ ਖੇਤਰ ਲਿਖੋ। ਨਿਆਇਕ ਸਮੀਖਿਆ ਜੁਡੀਸ਼ੀਅਲ ਰਿਵਿਊ ਦੀ ਉਪਯੋਗਤਾ ਕੀ ਹੈ। ਅਮਰੀਕੀ ਹਾਊਸ ਆਫ ਕਾਂਗਰਸ ਦੀਆਂ ਵਿਸ਼ੇਸ਼ਤਾਵਾਂ ਲਿਖੋ। ਐਂਡ ਨੈਕਸਟ ਬ੍ਰਿਟਿਸ਼ ਪਾਰਟੀ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਲਿਖੋ। ਐਂਡ ਦੈਨ ਇੰਗਲੈਂਡ ਵਿੱਚ ਰਾਜਨੀਤਿਕ ਪਾਰਟੀ ਦੀਆਂ ਕੋਈ 4 ਵਿਸ਼ੇਸ਼ਤਾਵਾਂ ਲਿਖੋ। ਸੈਨੇਟ ਦੇ ਮੈਂਬਰਾਂ ਦੀ ਚੋਣ ਕਰਨ ਦਾ ਤਰੀਕਾ ਦੱਸੋ। ਐਂਡ ਨੈਕਸਟ ਅਮਰੀਕੀ ਸੰਘੀ ਪ੍ਰਣਾਲੀ ਦੀਆਂ 4 ਵਿਸ਼ੇਸ਼ਤਾਵਾਂ ਲਿਖੋ। ਅਮਰੀਕਾ ਦਾ ਮੌਜੂਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ। ਐਂਡ ਨੈਕਸਟ ਲਾਰਡਸ ਦੇ ਘਰ ਦੀ ਰਚਨਾ, ਹਾਊਸ ਆਫ ਲਾਰਡਸ ਦਾ ਸਟਰਕਚਰ ਜਿਹੜੇ ਆ ਉਹ ਤੁਸੀਂ ਦੱਸਣਾ। ਐਂਡ ਨੈਕਸਟ ਰਾਜਾ ਅਤੇ ਤਾਜ ਵਿੱਚ ਕੀ ਅੰਤਰ ਹੈ। ਬਰਤਾਨਵੀ ਸੰਵਿਧਾਨ ਦੇ ਕੋਈ 2 ਸਰੋਤ ਦੱਸੋ। ਬ੍ਰਿਟਿਸ਼ ਸੰਵਿਧਾਨ ਨੂੰ ਵਿਕਸਿਤ ਸੰਵਿਧਾਨ ਕਿਉਂ ਕਿਹਾ ਜਾਂਦਾ ਹੈ। ਬ੍ਰਿਟਿਸ਼ ਸੰਵਿਧਾਨ ਦੀਆਂ ਕੋਈ 2 ਵਿਸ਼ੇਸ਼ਤਾਵਾਂ ਲਿਖੋ। ਬਰਤਾਨੀਆ ਵਿੱਚ ਏਕਾਤਮਕ ਸਰਕਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ। ਰਾਜੇ ਅਤੇ ਤਾਜ ਵਿਚਕਾਰ 4 ਅੰਤਰ, ਇਹ ਰਿਪੀਟ ਹੋ ਗਿਆ ਕੁਐਸਚਨ। ਹਾਊਸ ਆਫ ਕਾਮਨਸ ਦੇ ਸਪੀਕਰ ਦੀਆਂ ਕੋਈ 4 ਫੰਕਸ਼ਨ ਲਿਖੋ। ਮੰਤਰੀ ਮੰਡਲ ਅਤੇ ਮੰਤਰੀ ਮੰਡਲ ਵਿੱਚ ਕੋਈ 2 ਅੰਤਰ ਲਿਖੋ। ਇੱਥੇ ਵੀ ਕੁਐਸਚਨ ਇੰਗਲਿਸ਼ ਦੇ ਵਿੱਚ ਦੇਖ ਲਿਓ, ਇਹਦੋਂ ਅਲੱਗ ਤਰ੍ਹਾਂ ਲਿਖਿਆ ਹੋਏਗਾ। ਅੱਗੇ ਹੈ ਇੰਗਲੈਂਡ ਵਿੱਚ ਅਸਾਈਜ਼ ਕੋਰਟਸ ਕੀ ਹਨ।
ਅਮਰੀਕੀ ਸੰਵਿਧਾਨ ਵਿੱਚ ਚੈੱਕ ਅਤੇ ਬੈਲੈਂਸ ਦੇ ਸਿਧਾਂਤ ਦੀ ਕੀ ਉਪਯੋਗਤਾ ਹੈ। ਨੈਕਸਟ, ਚੈੱਕ ਅਤੇ ਸੰਤੁਲਨ ਦੇ ਸਿਧਾਂਤ ਦੀ ਉਪਯੋਗਤਾ ਕੀ ਹੈ। ਨੈਕਸਟ ਹੈ ਅਮਰੀਕੀ ਰਾਜਨੀਤਿਕ ਪ੍ਰਣਾਲੀ ਦੀ ਜਾਂਚ ਅਤੇ ਸੰਤੁਲਨ ਦੇ ਗੁਣਾਂ ਦਾ ਜ਼ਿਕਰ ਕਰੋ। ਹਾਂਜੀ ਸਟੂਡੈਂਟਸ, ਕਈ ਕੁਐਸਚਨਸ ਰਿਪੀਟ ਹੋਏ ਹੈ, ਇਸੇ ਤਰ੍ਹਾਂ ਤੁਹਾਡੇ ਪੇਪਰ 'ਚ ਰਿਪੀਟ ਹੋਣੇ ਆ ਔਰ ਕਈਆਂ ਦੇ ਆਨਸਰ ਸੇਮ ਹੈ, ਕੁਐਸਚਨ ਥੋੜ੍ਹੇ ਡਿਫਰੈਂਟ ਕਰਕੇ ਮੋਲਡ ਕਰਕੇ ਪਾਏ ਗਏ ਹੈ। ਇਸੇ ਤਰ੍ਹਾਂ ਹੀ ਤੁਹਾਡੇ ਪੇਪਰ ਦੇ ਵਿੱਚ ਵੀ ਮੋਲਡ ਕਰਕੇ ਕੁਐਸਚਨ ਪਾਏ ਜਾ ਸਕਦੇ ਹੈ, ਉਸ ਨੂੰ ਸਮਝ ਕੇ ਤੁਸੀਂ ਆਨਸਰ ਦੇਣਾ ਹੋਏਗਾ। ਜਿੰਨੇ ਕੁਐਸਚਨ ਇਸ 'ਤੇ ਬਣਾਏ ਗਏ ਇਸੇ ਦੇ ਵਿੱਚੋਂ ਹੀ ਤੁਹਾਡਾ ਪੇਪਰ ਆ ਜਾਏਗਾ। ਨੈਕਸਟ ਹੈ ਅਮਰੀਕੀ ਰਾਜਨੀਤਿਕ ਪ੍ਰਣਾਲੀ ਦੀ ਜਾਂਚ ਅਤੇ ਸੰਤੁਲਨ ਦੇ ਗੁਣਾਂ ਦਾ ਜ਼ਿਕਰ ਕਰੋ। ਨੈਕਸਟ, ਪਾਕਟ ਵੀਟੋ ਤੋਂ ਤੁਹਾਡਾ ਕੀ ਭਾਵ ਹੈ। ਫਿਲ ਬਸਟਰਿੰਗ ਦਾ ਕੀ ਅਰਥ ਹੈ। ਅਮਰੀਕੀ ਸੁਪਰੀਮ ਕੋਰਟ ਦਾ ਅਸਲ ਅਧਿਕਾਰ ਖੇਤਰ ਲਿਖੋ। ਯੂਕੇ ਵਿੱਚ ਦਬਾਓ ਸਮੂਹ ਦੇ ਕੋਈ 4 ਫੰਕਸ਼ਨ ਨੂੰ ਲਿਖੋ। ਨੈਕਸਟ, ਅਮਰੀਕਾ ਵਿੱਚ ਪਾਰਟੀ ਪ੍ਰਣਾਲੀ ਦੀਆਂ ਕੋਈ 4 ਵਿਸ਼ੇਸ਼ਤਾਵਾਂ। ਲੌਬਿੰਗ ਤੋਂ ਤੁਹਾਡਾ ਕੀ ਭਾਵ ਹੈ। ਅਮਰੀਕੀ ਰਾਸ਼ਟਰਪਤੀ ਦਾ ਕਾਰਜਕਾਲ ਕੀ ਹੈ। ਬ੍ਰਿਟਿਸ਼ ਪਾਰਟੀ ਸਿਸਟਮ ਦੀਆਂ 4 ਵਿਸ਼ੇਸ਼ਤਾਵਾਂ ਲਿਖੋ। ਅਮਰੀਕਾ ਵਿੱਚ ਹਿੱਤ ਸਮੂਹ ਦੁਆਰਾ ਅਪਣਾਏ ਗਏ ਤਰੀਕੇ ਲਿਖੋ। ਪੋਰਕ ਬੈਰਲ ਦਾ ਕੀ ਅਰਥ ਹੈ। ਇਹ ਸੀ ਸਟੂਡੈਂਟਸ ਸ਼ਾਰਟ ਕੁਐਸਚਨਸ। ਇਸ ਤੋਂ ਬਾਅਦ ਹੈ ਲੌਂਗ ਕੁਐਸਚਨਸ ਯੂਨਿਟ ਵਾਈਜ਼। ਹਰ ਇੱਕ ਯੂਨਿਟ ਦੇ ਵਿੱਚੋਂ 2 ਲੌਂਗ ਕੁਐਸਚਨਸ ਤੁਹਾਨੂੰ ਪੁੱਛੇ ਜਾਣਗੇ। ਇਹ ਕੁਐਸਚਨਸ ਜਿਹੜੇ ਤੁਹਾਨੂੰ ਬਣਾ ਕੇ ਦਿੱਤੇ ਗਏ ਇਹਨਾਂ ਦੀ ਤਿਆਰੀ ਚੰਗੀ ਤਰ੍ਹਾਂ ਕਰ ਲਿਓ, ਇਸੇ ਦੇ ਵਿੱਚੋਂ ਹੀ ਤੁਹਾਡਾ ਪੇਪਰ ਆਉਣਾ ਹੈ। ਨੈਕਸਟ ਹੈ ਇਸ ਦੇ ਵਿੱਚ ਯੂਨਿਟ ਫਸਟ ਦਾ ਕੁਐਸਚਨ, ਤੁਲਨਾਤਮਕ ਸਰਕਾਰ ਅਤੇ ਰਾਜਨੀਤੀ ਦੇ ਅਰਥ, ਸਕੋਪ ਮੀਨਸ ਦਾਇਰੇ ਅਤੇ ਉਪਯੋਗਤਾ ਦੀ ਚਰਚਾ ਕਰੋ। ਤੁਲਨਾਤਮਕ ਰਾਜਨੀਤੀ ਦੇ ਅਰਥ ਅਤੇ ਦਾਇਰੇ, ਇੱਥੇ ਤੁਸੀਂ ਇਸ ਦਾ ਮੀਨਿੰਗ ਤੇ ਸਕੋਪ ਦੱਸਣਾ ਹੈ। ਨੈਕਸਟ ਹੈ ਤੁਲਨਾਤਮਕ ਵਿਧੀ ਨੂੰ ਪਰਿਭਾਸ਼ਿਤ ਕਰੋ, ਇਸ ਦੇ ਸਕੋਪ ਅਤੇ ਉਪਯੋਗਤਾ ਦੀ ਵਿਆਖਿਆ ਕਰੋ। ਕੁਐਸਚਨ ਮੋਲਡ ਕਰਕੇ ਪਾਏ ਗਏ ਆ ਇਹ। ਤੁਲਨਾਤਮਕ ਸਰਕਾਰ ਅਤੇ ਰਾਜਨੀਤੀ ਦੀ ਪਰਿਭਾਸ਼ਾ ਦਿਓ। ਨੈਕਸਟ, ਤੁਲਨਾਤਮਕ ਸਰਕਾਰ ਅਤੇ ਰਾਜਨੀਤੀ ਦੇ ਦਾਇਰੇ ਤੇ ਉਪਯੋਗਤਾ ਦੀ ਚਰਚਾ ਕਰੋ। ਇਹ ਕੁਐਸਚਨ ਸਾਰੇ ਮੋਲਡ ਕਰਕੇ ਪਾਏ ਆ, ਆਨਸਰ ਇਸ ਦਾ ਸੇਮ ਹੈ, ਥੋੜ੍ਹਾ ਬਹੁਤ ਇੱਧਰ ਉੱਧਰ ਕਰਕੇ ਦਿੱਤਾ ਗਿਆ। ਤੁਲਨਾਤਮਕ ਸਰਕਾਰ ਅਤੇ ਰਾਜਨੀਤੀ ਦੇ ਦਾਇਰੇ ਅਤੇ ਉਪਯੋਗਤਾ ਦੀ ਚਰਚਾ ਕਰੋ, ਇਸ ਦੀਆਂ ਸੀਮਾਵਾਂ ਦੀ ਚਰਚਾ ਕਰੋ। ਇਸ ਦੇ ਵਿੱਚ ਸੀਮਾਵਾਂ ਪੁੱਛੀਆਂ ਗਈਆਂ, ਉੱਪਰ ਵਾਲੇ ਦੇ ਵਿੱਚ ਸਕੋਪ ਤੇ ਉਪਯੋਗਤਾ ਇਸ ਦੀ ਇੰਪੋਰਟੈਂਸ ਪੁੱਛੀ ਗਈ ਹੈ, ਨਾਲ ਇਸ ਦੇ ਮੀਨਿੰਗ ਪੁੱਛਿਆ ਗਿਆ। ਉਸ ਤੋਂ ਉੱਪਰ ਵਾਲੇ ਦੇ ਵਿੱਚ ਤੁਲਨਾਤਮਕ ਵਿਧੀ ਦਾ ਮੀਨਿੰਗ, ਡੈਫੀਨੇਸ਼ਨਸ ਦੇਣੀ ਹੈ ਔਰ ਇਸ ਦਾ ਸਕੋਪ ਤੇ ਇੰਪੋਰਟੈਂਸ ਦੇਣੀ ਹੈ। ਇਸ ਤਰ੍ਹਾਂ ਥੋੜ੍ਹੇ ਚੇਂਜਿਸ ਨਾਲ ਇਹ ਕੁਐਸਚਨਸ ਦਿੱਤੇ ਗਏ ਆ। ਨੈਕਸਟ ਹੈ ਤੁਲਨਾਤਮਕ ਵਿਧੀ ਨੂੰ ਪਰਿਭਾਸ਼ਿਤ ਕਰੋ, ਇਸ ਦੀ ਮਹੱਤਤਾ ਅਤੇ ਸੀਮਾਵਾਂ ਬਾਰੇ ਦੱਸੋ। ਉਸ ਤੋਂ ਬਾਅਦ ਤੁਲਨਾਤਮਕ ਵਿਧੀ ਦੀ ਕਾਰਜਸ਼ੀਲ ਪਹਿਲੂ ਦੀ ਚਰਚਾ ਕਰੋ। ਤੁਲਨਾਤਮਕ ਵਿਧੀ ਤੋਂ ਤੁਹਾਡਾ ਕੀ ਭਾਵ ਹੈ, ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ। ਨੈਕਸਟ ਹੈ ਬ੍ਰਿਟਿਸ਼ ਕੌਨਸਟੀਟਿਊਸ਼ਨ ਇਜ਼ ਅ ਚਾਈਲਡ ਆਫ ਐਕਸੀਡੈਂਟ ਐਂਡ ਡਿਜ਼ਾਈਨ, ਐਕਸਪਲੇਨ। ਇਸ ਦੀ ਟਰਾਂਸਲੇਸ਼ਨ ਇਸ ਤਰ੍ਹਾਂ ਹੈ, ਬ੍ਰਿਟਿਸ਼ ਸੰਵਿਧਾਨ ਦੁਰਘਟਨਾ ਅਤੇ ਡਿਜ਼ਾਈਨ ਦਾ ਬੱਚਾ ਹੈ, ਸਮਝਾਓ। ਇਹਦੀ ਟਰਾਂਸਲੇਸ਼ਨਸ ਥੋੜ੍ਹੀ ਕਨਫਿਊਜ਼ਨ ਲੱਗ ਰਹੀ ਹੈ, ਇਸ ਕਰਕੇ ਨਾਲ ਇੰਗਲਿਸ਼ ਦੇ ਵਿੱਚ ਤੁਹਾਨੂੰ ਦਿੱਤਾ ਗਿਆ। ਨੈਕਸਟ ਹੈ ਬ੍ਰਿਟਿਸ਼ ਰਾਜਨੀਤਿਕ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ। ਨੈਕਸਟ, ਯੂਕੇ ਵਿੱਚ ਹਾਊਸ ਆਫ ਲਾਰਡਸ ਅਤੇ ਹਾਊਸ ਆਫ ਕਾਮਨਸ ਵਿਚਕਾਰ ਆਪਸੀ ਸੰਬੰਧਾਂ ਬਾਰੇ ਚਰਚਾ ਕਰੋ। ਦੈਨ ਕਾਨੂੰਨ ਦਾ ਰਾਜ ਇੰਗਲੈਂਡ ਵਿੱਚ ਸੰਵਿਧਾਨ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਹੈ, ਚਰਚਾ ਕਰੋ। ਦੈਨ ਬ੍ਰਿਟਿਸ਼ ਸੁਪਰੀਮ ਕੋਰਟ ਦੇ ਵਿਸ਼ੇਸ਼ ਸੰਦਰਭ ਨਾਲ ਇੰਗਲੈਂਡ ਵਿੱਚ ਅਦਾਲਤਾਂ ਦੇ ਸੰਗਠਨ ਅਤੇ ਕਾਰਜਾਂ ਨੂੰ ਲਿਖੋ। ਦੈਨ ਤੁਸੀਂ ਬ੍ਰਿਟਿਸ਼ ਪਾਰਲੀਮੈਂਟ ਦੀ ਪ੍ਰਭੂਸੱਤਾ ਦੁਆਰਾ ਕੀ ਸਮਝਦੇ ਹੋ, ਇਸ ਦੀਆਂ ਸੀਮਾਵਾਂ ਬਾਰੇ ਚਰਚਾ ਕਰੋ। ਦੈਨ ਇੰਗਲੈਂਡ ਵਿੱਚ ਸੰਸਦੀ ਸਰਕਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰੋ। ਨੈਕਸਟ, ਬ੍ਰਿਟਿਸ਼ ਨਿਆਂ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰੋ। ਬ੍ਰਿਟਿਸ਼ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰੋ। ਨੈਕਸਟ, ਕਾਨੂੰਨ ਦੇ ਰਾਜ ਦੀ ਧਾਰਨਾ ਦੀ ਗੰਭੀਰਤਾ ਨਾਲ ਜਾਂਚ ਕਰੋ, ਜਿਵੇਂ ਕਿ ਗ੍ਰੇਟ ਬ੍ਰਿਟੇਨ ਵਿੱਚ ਅਭਿਆਸ ਕੀਤਾ ਜਾਂਦਾ ਹੈ। ਨੈਕਸਟ ਕੁਐਸਚਨ, ਬ੍ਰਿਟਿਸ਼ ਕੌਨਸਟੀਟਿਊਸ਼ਨ ਇਜ਼ ਕਨਵੈਨਸ਼ਨ ਰਿਟਨ, ਐਕਸਪਲੇਨ ਦਿਸ ਸਟੇਟਮੈਂਟ। ਬ੍ਰਿਟਿਸ਼ ਸੰਵਿਧਾਨ ਸੰਮੇਲਨ ਤੇ ਸਮਾਰਿਆ ਇਸ ਕਥਨ ਦੀ ਵਿਆਖਿਆ ਕਰੋ। ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਨਿਯੁਕਤੀ ਦੇ ਢੰਗ ਅਤੇ ਸ਼ਕਤੀਆਂ ਤੇ ਭੂਮਿਕਾ ਦੀ ਚਰਚਾ ਕਰੋ। ਯੂਨਿਟ ਥਰਡ, ਅਮਰੀਕੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਵਿੱਚ ਚਰਚਾ ਕਰੋ। ਸੈਨੇਟ ਦੁਨੀਆ ਦਾ ਇਕਲੌਤਾ ਦੂਜਾ ਚੈਂਬਰ ਹੈ, ਇਸ ਦੀਆਂ ਸ਼ਕਤੀਆਂ ਪ੍ਰਸਿੱਧ ਹੇਠਲੇ ਸਦਨ ਨਾਲੋਂ ਵੱਧ ਹਨ, ਬਿਆਨ ਤੇ ਚਰਚਾ ਕਰੋ। ਦੈਨ USA ਦੇ ਰਾਸ਼ਟਰਪਤੀ ਦੀ ਚੋਣ ਵਿਧੀ ਦਾ ਆਲੋਚਨਾਤਮਕ ਮੁਲਾਂਕਣ। ਦੈਨ ਅਮਰੀਕੀ ਸੈਨੇਟ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੂਜਾ ਚੈਂਬਰ ਹੈ, ਇਸ ਬਿਆਨ ਤੇ ਚਰਚਾ ਕਰੋ। ਇਹੀ ਕੁਐਸਚਨ ਨੂੰ ਮੋਲਡ ਕੀਤਾ ਗਿਆ, ਇਸ ਤੋਂ ਪਹਿਲਾਂ ਇਸ ਕੁਐਸਚਨ ਸੀ ਜਿਹੜਾ ਉਹ ਥੋੜ੍ਹਾ ਚੇਂਜ ਹੈ। ਨੈਕਸਟ ਹੈ ਸੰਯੁਕਤ ਰਾਜ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਦੀ ਪ੍ਰਕਿਰਿਆ ਸਿਧਾਂਤ ਵਿੱਚ ਅਸਿੱਧੇ ਪਰ ਅਭਿਆਸ ਵਿੱਚ ਸਿੱਧੀ ਹੈ, ਚਰਚਾ ਕਰੋ। ਨੈਕਸਟ, ਅਮਰੀਕੀ ਰਾਸ਼ਟਰਪਤੀ ਦੀਆਂ ਸ਼ਕਤੀਆਂ ਅਤੇ ਸਥਿਤੀ ਬਾਰੇ ਚਰਚਾ ਕਰੋ। ਨੈਕਸਟ, ਅਮਰੀਕੀ ਰਾਜਨੀਤਿਕ ਪ੍ਰਣਾਲੀ ਵਿੱਚ ਸੁਪਰੀਮ ਕੋਰਟ ਦੀ ਭੂਮਿਕਾ ਬਾਰੇ ਚਰਚਾ ਕਰੋ। ਦੈਨ US ਸੁਪਰੀਮ ਕੋਰਟ ਦੀ ਰਚਨਾ ਅਤੇ ਸ਼ਕਤੀਆਂ ਬਾਰੇ ਚਰਚਾ ਕਰੋ। ਨੈਕਸਟ ਹੈ ਬ੍ਰਿਟਿਸ਼ ਰਾਜਨੀਤਿਕ ਪ੍ਰਣਾਲੀ ਵਿੱਚ ਦਬਾਓ ਸਮੂਹਾਂ ਦੀ ਭੂਮਿਕਾ ਦੀ ਜਾਂਚ ਕਰੋ। ਦੈਨ ਅਮਰੀਕੀ ਰਾਜਨੀਤਿਕ ਪ੍ਰਣਾਲੀ ਵਿੱਚ ਰਾਜਨੀਤਿਕ ਪਾਰਟੀਆਂ ਦੀਆਂ ਵਿਸ਼ੇਸ਼ਤਾਵਾਂ ਅਤੇ ਭੂਮਿਕਾ ਦੀ ਆਲੋਚਨਾਤਮਕ ਤੌਰ ਤੇ ਜਾਂਚ ਕਰੋ। ਅਮਰੀਕੀ ਸੰਘੀ ਪ੍ਰਣਾਲੀ ਦੀ ਗੰਭੀਰਤਾ ਨਾਲ ਜਾਂਚ ਕਰੋ। ਨੈਕਸਟ, ਨਿਆਇਕ ਸਮੀਖਿਆ ਜੁਡੀਸ਼ੀਅਲ ਰਿਵਿਊ ਤੋਂ ਤੁਹਾਡਾ ਕੀ ਭਾਵ ਹੈ। ਅਮਰੀਕੀ ਸੁਪਰੀਮ ਕੋਰਟ ਦੀ ਨਿਆਇਕ ਸਮੀਖਿਆ ਦੀ ਸ਼ਕਤੀ ਦੀ ਗੰਭੀਰਤਾ ਨਾਲ ਜਾਂਚ ਕਰੋ। ਦੈਨ ਬ੍ਰਿਟਿਸ਼ ਰਾਜਨੀਤਿਕ ਪ੍ਰਣਾਲੀ ਵਿੱਚ ਦਬਾਓ ਸਮੂਹਾਂ ਦਾ ਵਿਸ਼ਲੇਸ਼ਣ ਕਰੋ।
ਯੂਨਿਟ 4th ਹੈ ਬ੍ਰਿਟਿਸ਼ ਕੰਜ਼ਰਵੇਟਿਵ ਪਾਰਟੀ ਦੇ ਪ੍ਰੋਗਰਾਮਾਂ ਦੀ ਵਿਆਖਿਆ ਕਰੋ ਅਤੇ ਬ੍ਰਿਟਿਸ਼ ਰਾਜਨੀਤਿਕ ਪ੍ਰਣਾਲੀ ਵਿੱਚ ਇਸ ਦੀ ਭੂਮਿਕਾ ਬਾਰੇ ਚਰਚਾ ਕਰੋ। ਐਂਡ ਨੈਕਸਟ ਮੁੱਖ ਸਿਆਸੀ ਪਾਰਟੀਆਂ ਦੇ ਸੰਗਠਨ ਅਤੇ ਭੂਮਿਕਾ ਬਾਰੇ ਚਰਚਾ ਕਰੋ। ਯੂਕੇ ਦੀ ਰਾਜਨੀਤਿਕ ਪ੍ਰਣਾਲੀ ਬਾਰੇ ਵੀ ਲਿਖੋ। ਐਂਡ ਨੈਕਸਟ ਅਮਰੀਕੀ ਰਾਜਨੀਤਿਕ ਪ੍ਰਣਾਲੀ ਵਿੱਚ ਦਬਾਓ ਸਮੂਹਾਂ ਦਾ ਵਿਸ਼ਲੇਸ਼ਣ ਕਰੋ। ਐਂਡ ਦੈਨ ਅਮਰੀਕੀ ਰਾਜਨੀਤਿਕ ਪ੍ਰਣਾਲੀ ਵਿੱਚ ਰਾਜਨੀਤਿਕ ਪਾਰਟੀਆਂ ਦੀਆਂ ਵਿਸ਼ੇਸ਼ਤਾਵਾਂ ਅਤੇ ਭੂਮਿਕਾ ਬਾਰੇ ਚਰਚਾ ਕਰੋ। ਬ੍ਰਿਟਿਸ਼ ਰਾਜਨੀਤਿਕ ਪ੍ਰਣਾਲੀ ਵਿੱਚ ਦਬਾਓ ਸਮੂਹਾਂ ਦੀ ਭੂਮਿਕਾ ਬਾਰੇ ਚਰਚਾ ਕਰੋ। ਅਮਰੀਕੀ ਰਾਜਨੀਤਿਕ ਪ੍ਰਣਾਲੀ ਵਿੱਚ ਦਬਾਓ ਤੇ ਹਿੱਤ ਸਮੂਹਾਂ ਦੀ ਭੂਮਿਕਾ ਬਾਰੇ ਚਰਚਾ ਕਰੋ। ਐਂਡ ਨੈਕਸਟ ਹੈ ਅਮਰੀਕੀ ਰਾਜਨੀਤਿਕ ਪ੍ਰਣਾਲੀ ਵਿੱਚ ਦਬਾਓ ਸਮੂਹਾਂ ਦਾ ਵਿਸ਼ਲੇਸ਼ਣ ਕਰੋ। ਨੈਕਸਟ ਹੈ ਡਿਫਾਈਨ ਹਿਜ਼ ਔਰ ਹਰ ਮੈਜੈਸਟੀਜ਼ ਓਪੋਜੀਸ਼ਨ, ਇਸ ਦੇ ਕਾਰਜ ਅਤੇ ਵਿਸ਼ੇਸ਼ਤਾਵਾਂ ਲਿਖੋ। ਐਂਡ ਦੈਨ ਬ੍ਰਿਟਿਸ਼ ਪਾਰਟੀ ਸਿਸਟਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਭੂਮਿਕਾ ਨੂੰ ਲਿਖੋ। ਅਮਰੀਕਾ ਵਿੱਚ ਇੰਟਰਸਟ ਹਿੱਤ ਸਮੂਹ ਅਤੇ ਪ੍ਰੈਸ਼ਰ ਗਰੁੱਪਸ ਬਾਰੇ ਇੱਕ ਸੰਖੇਪ ਨੋਟ ਲਿਖੋ। ਸਟੂਡੈਂਟਸ ਇਹ ਸੀ ਮੋਸਟ ਇੰਪੋਰਟੈਂਟ ਕੁਐਸਚਨਸ ਪੰਜਾਬੀ ਦੇ ਵਿੱਚ। ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਤੁਸੀਂ ਇੱਥੋਂ ਹੀ ਦੇਖ ਸਕਦੇ ਹੋ। ਇਸ ਦੇ ਲਈ ਪਲੇਲਿਸਟ ਖੋਲ੍ਹ ਕੇ ਉਸ ਦੇ ਵਿੱਚੋਂ ਆਪਣੇ ਲੱਭ ਕੇ ਤਿਆਰੀ ਕਰ ਸਕਦੇ ਹੋ। ਸਿਲੇਬਸ ਵੀ ਇੱਥੋਂ ਹੀ ਮਿਲ ਜਾਣਗੇ। ਬੈਸਟ ਆਫ ਲੱਕ। ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ। ਤੁਹਾਡਾ ਪੇਪਰ ਕਿਸ ਤਰ੍ਹਾਂ ਹੁੰਦਾ ਹੈ ਜ਼ਰੂਰ ਦੱਸਣਾ। ਥੈਂਕ ਯੂ ਸੋ ਮਚ।